बस एक हिंद में तीरथ है यात्रा के लिए, कटाए बाप ने बच्चे जहाँ खुदा के लिए। गुरु संवारी प्यारी साध संगत जीओ, सब तो पहला गुरु साहिब दा बख्शा जयकारा बुलंद करिए, कोई भी रसना वांझी ना रहे। वाहेगुरु जी का खालसा, वाहेगुरु जी की फतेह। साध संगत जी, आपां सारे जाणू हाँ कि सिख जगत विच यह महीना यानी कि पोह दा महीना शहीदी महीने वजों जाणिया जाता है, परंतु अजोकी पीढ़ी अपने इतिहास ਅਤੇ सभ्याचार तो दूर हुंदी जा रही है। अपने बच्चों नूं अपने कुर्बानियां भरे इतिहास तो जाणू कराउण दी साडी एक निमाणी जही कोशिश है। यह कोशिश करदिआं होइयां भुल्लां चुक्कां नूं अपने नादान बच्चे समझ के माफ़ करन दी कृपालता करनी। वाहेगुरु जी का खालसा, वाहेगुरु जी की फतेह। पहली पातशाही श्री गुरु नानक देव जी ने समुची मनुखता नूं बराबरी अते प्यार का पाठ पढ़ाया। हर एक नूं अपने धर्म विच रह के जिंदगी दी खुशियां मानण दी आज़ादी दित्ती, पर इस दे उल्ट तुर्क अते मुगल हमलावर खुद नूं अनोखे समझदे सन। ਉਹ ਦੋਨੇ ਹੱਥਾਂ ਨਾਲ ਮੁਲਕ ਨੂੰ ਲੁੱਟ ਰਹੇ ਸਨ ਅਤੇ ਤਲਵਾਰ ਨੂੰ ਆਪਣੀ ਜ਼ੁਬਾਨ ਬਣਾ ਕੇ ਜ਼ਬਰੀ ਹਰੇਕ ਜਾਤ ਦੇ ਉੱਪਰ ਆਪਣਾ ਧਰਮ ਥੋਪ ਰਹੇ ਸਨ। ਇਸ ਮਾਹੌਲ ਤੋਂ ਘਬਰਾ ਕੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਕੋਲ ਮਦਦ ਲਈ ਪਹੁੰਚੇ। ਉਦੋਂ 8 ਸਾਲ ਦੀ ਛੋਟੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਨੂੰ ਕਸ਼ਮੀਰੀ ਪੰਡਤਾਂ ਦੇ ਪੱਖ ਵਿੱਚ ਲੜਨ ਲਈ ਕਿਹਾ। ਉਹਨਾਂ ਕਸ਼ਮੀਰੀ ਪੰਡਤਾਂ ਦੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਦਿੱਲੀ ਜਾ ਕੇ ਆਪਣਾ ਸ਼ੀਸ਼ ਦੇ ਦਿੱਤਾ, ਪਰ ਧਰਮ ਪਰਿਵਰਤਨ ਦਾ ਇਹ ਜ਼ੁਲਮ ਰੁਕਿਆ ਨਹੀਂ। ਉਧਰ ਦਸ਼ਮੇਸ਼ ਪਿਤਾ ਦੀ ਜਵਾਨੀ ਦੇ ਨਾਲ ਨਾਲ ਜ਼ੁਲਮ ਦੇ ਖਿਲਾਫ ਲੜਨ ਦਾ ਉਹਨਾਂ ਦਾ ਇਹ ਜਜ਼ਬਾ ਵੀ ਜਵਾਨ ਹੁੰਦਾ ਗਿਆ। ਉਹਨਾਂ ਨੇ ਆਪਣੇ ਵਿਚਾਰਾਂ ਨਾਲ ਅਗਿਆਨਤਾ ਦੇ ਹਨੇਰੇ ਨੂੰ ਅਤੇ ਤਲਵਾਰ ਨਾਲ ਜ਼ੁਲਮ ਨੂੰ ਮਿਟਾਉਣ ਦਾ ਫੈਸਲਾ ਕੀਤਾ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਪੂਰੀ ਮੁਗਲਿਆ ਹਕੂਮਤ ਨੂੰ ਝੰਜੋੜ ਕੇ ਰੱਖ ਦਿੱਤਾ। ਲੋਕਾਂ ਦੇ ਧਰਮ ਅਤੇ ਹੱਕ ਸੱਚ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਆਪਣੇ 4 ਸਾਹਿਬਜ਼ਾਦੇ ਵੀ। 4 ਸਾਹਿਬਜ਼ਾਦੇ ਸ਼ਬਦ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਸਮੂਹਕ ਰੂਪ ਵਿੱਚ ਸੰਬੋਧਿਤ ਕਰਨ ਲਈ ਵਰਤਿਆ ਜਾਂਦਾ ਹੈ। ਗੁਰੂ ਸਾਹਿਬ ਸਤਲੁਜ ਦਰਿਆ ਅਤੇ ਸਰਸਾ ਨਦੀ ਦੇ ਕੰਢੇ ਵਸੇ ਅਨੰਦਪੁਰ ਸਾਹਿਬ ਵਿਖੇ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਨਿਵਾਸ ਕਰ ਰਹੇ ਸਨ ਅਤੇ ਨਾਲ ਨਾਲ ਉਹਨਾਂ ਨੂੰ ਧਾਰਮਿਕ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਵੀ ਦੇ ਰਹੇ ਸਨ। ਗੁਰੂ ਸਾਹਿਬ ਦਾ ਸਾਜਾ ਖਾਲਸਾ ਪੰਥ ਮੁਗਲਾਂ ਦੇ ਜ਼ਬਰੋ ਜ਼ੁਲਮ ਦਾ ਵਿਰੋਧ ਕਰਦਾ ਸੀ। ਇਸ ਕਰਕੇ ਹਰੇਕ ਜਾਤੀ ਅਤੇ ਧਰਮ ਦੇ ਲੋਕ ਗੁਰੂ ਸਾਹਿਬ ਨਾਲ ਜੁੜ ਰਹੇ ਸਨ। ਗੁਰੂ ਸਾਹਿਬ ਦੀ ਵੱਧਦੀ ਤਾਕਤ ਪਹਾੜੀ ਰਾਜਿਆਂ ਅਤੇ ਮੁਗਲਾਂ ਨੂੰ ਰਾਸ ਨਹੀਂ ਸੀ ਆ ਰਹੀ। ਇਸ ਕਰਕੇ ਉਹਨਾਂ ਦੋਵਾਂ ਧਿਰਾਂ ਨੇ ਆਪਸ ਵਿੱਚ ਮਿਲ ਕੇ ਅਨੰਦਪੁਰ ਦੇ ਕਿਲੇ 'ਤੇ ਹਮਲਾ ਕਰ ਦਿੱਤਾ। ਇਹ ਲੜਾਈ 7-8 ਮਹੀਨੇ ਚੱਲੀ, ਮਗਰ ਲੱਖ ਔਂਕੜਾਂ ਦੇ ਬਾਅਦ ਵੀ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੰਘ ਹਾਰ ਨਹੀਂ ਸੀ ਮੰਨ ਰਹੇ। ਇਸ ਲਈ ਪਹਾੜੀ ਰਾਜਿਆਂ ਨੇ ਗਊ ਮਾਤਾ ਦੀ ਅਤੇ ਮੁਗਲਾਂ ਨੇ ਕੁਰਾਨੇ ਸ਼ਰੀਫ ਦੀ ਝੂਠੀ ਸਹੁੰ ਖਾ ਕੇ ਉਹਨਾਂ ਨੂੰ ਅਨੰਦਪੁਰ ਦਾ ਕਿਲਾ ਖਾਲੀ ਕਰਨ ਲਈ ਕਿਹਾ। ਗੁਰੂ ਸਾਹਿਬ ਨੇ ਆਪਣੇ ਨਜ਼ਦੀਕੀ ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ, ਪਰੰਤੂ ਮੁਗਲ ਹੁਕਮਰਾਨਾਂ ਅਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨੂੰ ਕੈਦ ਕਰਨ ਲਈ ਆਪਣੀ ਸਹੁੰ ਤੋੜ ਕੇ ਗੁਰੂ ਸਾਹਿਬ ਅਤੇ ਸਿੰਘਾਂ 'ਤੇ ਪਿੱਛੋਂ ਦੀ ਹਮਲਾ ਕਰ ਦਿੱਤਾ। ਦੋਵੇਂ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਨੇ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ। ਇਸ ਦੌਰਾਨ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਗੁਰੂ ਸਾਹਿਬ ਦਾ ਪਰਿਵਾਰ 3 ਹਿੱਸਿਆਂ ਵਿੱਚ ਵਿਛੜ ਗਿਆ। ਇੱਕ ਪਾਸੇ ਗੁਰੂ ਸਾਹਿਬ, ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਉਹਨਾਂ ਦੇ ਕੁਝ ਸਿੰਘ ਸਨ। ਦੂਸਰੇ ਪਾਸੇ ਮਾਤਾ ਗੁਜਰੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਸਨ ਅਤੇ ਤੀਸਰੇ ਪਾਸੇ ਸਨ ਗੁਰੂ ਜੀ ਦੀ ਧਰਮ ਪਤਨੀ ਮਾਤਾ ਸੁੰਦਰੀ ਅਤੇ ਕੁਝ ਸਿੰਘ। ਚਾਰ ਵਿਛੋੜੇ ਤੋਂ ਬਾਅਦ ਗੁਰੂ ਸਾਹਿਬ ਨੂੰ ਬੁੱਧੂ ਸ਼ਾਹ ਨੇ ਆਪਣੀ ਗੜੀ ਵਿੱਚ ਸ਼ਰਨ ਦਿੱਤੀ, ਜਿਸ ਨੂੰ ਅੱਜ ਆਪਾਂ ਚਮਕੌਰ ਦੀ ਗੜੀ ਦੇ ਨਾਂ ਨਾਲ ਜਾਣਦੇ ਹਾਂ, ਪਰੰਤੂ ਸਰਹੰਦ ਦੇ ਨਵਾਬ ਨੇ ਉੱਥੇ ਵੀ ਹਮਲਾ ਕਰ ਦਿੱਤਾ। ਇੱਥੇ ਗੁਰੂ ਸਾਹਿਬ ਨਾਲ ਕੇਵਲ 42 ਸਿੱਖ ਸਨ। ਇਸ ਦੇ ਉਲਟ ਮੁਗਲ ਦੀ ਫੌਜ 'ਚ 10 ਲੱਖ ਸਿਪਾਹੀ ਸਨ। ਗੁਰੂ ਸਾਹਿਬ ਨੇ ਰਣਨੀਤੀ ਬਣਾ ਕੇ
5-5 ਸਿੰਘਾਂ ਦਾ ਜੱਥਾ ਜੰਗ ਵਿੱਚ ਭੇਜਿਆ। ਇੱਕ ਸਿੰਘ ਲੱਖਾਂ ਤੇ ਭਾਰੀ ਪੈ ਰਿਹਾ ਸੀ। ਘੇਰਾ ਤੰਗ ਹੁੰਦਾ ਜਾ ਰਿਹਾ ਸੀ। ਸਿੰਘ ਕਾਫੀ ਮਾਤਰਾ ਵਿੱਚ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ। ਸੋ ਸਾਹਿਬਜ਼ਾਦਾ ਅਜੀਤ ਸਿੰਘ ਨੇ ਗੁਰੂ ਸਾਹਿਬ ਤੋਂ ਚੌਥੇ ਜੱਥੇ ਨਾਲ ਜੰਗ ਵਿੱਚ ਜਾਣ ਦੀ ਇਜਾਜ਼ਤ ਮੰਗੀ, ਪਰੰਤੂ ਭਾਈ ਦਇਆ ਸਿੰਘ ਜੀ ਅਤੇ ਹੋਰ ਸਿੰਘ ਇਸ ਲਈ ਤਿਆਰ ਨਹੀਂ ਸਨ। ਇਸ ਲਈ ਅਜੀਤ ਸਿੰਘ ਕਹਿੰਦੇ ਹਨ ਕਿ ਉਹਨਾਂ ਨੂੰ ਸ਼ਹੀਦ ਹੋਏ ਸਿੰਘਾਂ ਤੋਂ ਵੱਖ ਕਰਕੇ ਨਾ ਦੇਖਿਆ ਜਾਵੇ। ਉਹ ਕਹਿੰਦੇ ਹਨ, ਨਾਮ ਹੈ ਅਜੀਤ ਮੇਰਾ, ਜੀਤਾ ਨਾ ਜਾਊਂਗਾ, ਜੀਤਾ ਜੋ ਗਿਆ ਤੋ ਜੀਤਾ ਨਾ ਆਊਂਗਾ। ਗੁਰੂ ਸਾਹਿਬ ਬਾਕੀ ਸਿੰਘਾਂ ਵਾਂਗ ਹੀ ਅਜੀਤ ਸਿੰਘ ਨੂੰ ਵੀ ਆਪਣੇ ਹੱਥੀਂ ਤਿਆਰ ਕਰਦੇ ਹਨ ਅਤੇ ਆਪਣੇ ਕੁਝ ਤੀਰ ਅਤੇ ਕਟਾਰ ਦੇ ਕੇ ਉਹਨਾਂ ਨੂੰ ਜੰਗ ਲਈ ਤੋਰਦੇ ਹਨ। ਅਜੀਤ ਸਿੰਘ ਪਹਿਲਾਂ ਤੀਰਾਂ ਨਾਲ, ਫਿਰ ਨੇਜੇ ਨਾਲ ਅਤੇ ਫਿਰ ਤਲਵਾਰ ਨਾਲ ਯੁੱਧ ਕਰਦੇ ਹਨ। ਲੜਦੇ ਲੜਦੇ ਉਹਨਾਂ ਦਾ ਸਾਰਾ ਸਰੀਰ ਤੀਰਾਂ ਨਾਲ ਬਿੰਨਿਆ ਜਾਂਦਾ ਹੈ। ਉਹਨਾਂ ਦੇ ਸਰੀਰ ਤੇ 392 ਫੱਟ ਸਨ, ਜੋ ਕਿ ਅੱਜ ਤੱਕ ਦੇ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਵੀ ਜੰਗ ਵਿੱਚ ਕਿਸੇ ਦੇ ਵੀ ਇੰਨੇ ਜ਼ਿਆਦਾ ਫੱਟ ਨਹੀਂ ਲੱਗੇ ਹਨ। ਅਜੀਤ ਸਿੰਘ ਜੀ ਜ਼ਖਮੀ ਹਾਲਤ ਵਿੱਚ ਜੰਗ ਦੇ ਮੈਦਾਨ ਵਿੱਚੋਂ ਹੀ ਆਪਣੇ ਗੁਰੂ ਪਿਤਾ ਨੂੰ ਸਜਦਾ ਕਰਦੇ ਹਨ। ਉਦੋਂ ਹੀ ਕੋਈ ਪਿੱਠ ਪਿੱਛੋਂ ਉਹਨਾਂ ਤੇ ਵਰਛੀ ਨਾਲ ਵਾਰ ਕਰਦਾ ਹੈ, ਜੋ ਕਿ ਉਹਨਾਂ ਦੀ ਛਾਤੀ ਤੋਂ ਆਰ ਪਾਰ ਹੋ ਜਾਂਦਾ ਹੈ। ਉਹਨਾਂ ਦੀ ਸ਼ਹਾਦਤ ਵੇਖ ਕੇ ਗੁਰੂ ਸਾਹਿਬ ਫਰਮਾਉਂਦੇ ਨੇ, ਕੁਰਬਾਨ ਪਿਦਰ शाबाश, कुर्बान पिदर शाबाश, क्या खूब लड़े हो, क्यों ना हो गोविंद के फरजंद बड़े हो। ਸਾਹਿਬ ਫਰਮਾਉਂਦੇ ਨੇ, ਤੁਹਾਨੂੰ ਐਦਾਂ ਹੀ ਲੜਨਾ ਚਾਹੀਦਾ ਸੀ ਕਿਉਂਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ। ਵੱਡੇ ਵੀਰ ਦੀ ਸ਼ਹਾਦਤ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਵੀ ਜੰਗ ਵਿੱਚ ਜਾਣ ਦੀ ਆਗਿਆ ਮੰਗਦੇ ਹਨ। ਗੁਰੂ ਸਾਹਿਬ ਕਹਿੰਦੇ ਹਨ, ਮੈਨੂੰ ਖੁਸ਼ੀ ਹੈ ਕਿ ਤੁਸੀਂ ਆਪ ਆਏ ਹੋ। ਜੁਝਾਰ ਸਿੰਘ ਜੀ ਜਵਾਬ ਦਿੰਦੇ ਹਨ, भाई से बिछड़ के हमें जीना नहीं भाता, भाई से बिछड़ के हमें जीना नहीं भाता, खाना नहीं पीना नहीं सोना नहीं आता। गुरु साहिब कहते हैं, कुर्बान कुर्बान पिदर को रण से इनकार नहीं है, सिन खेल का है रण का सजा वार नहीं है, अच्छी से तुझे चलानी आती तलवार नहीं है, ये गुल सा बदन काबिले गुफार नहीं है। ਗੁਰੂ ਸਾਹਿਬ ਕਹਿੰਦੇ ਆ ਕਿ ਮੈਨੂੰ ਤੁਹਾਨੂੰ ਰਣ 'ਚ ਭੇਜਣ ਤੋਂ, ਜੰਗ ਵਿੱਚ ਭੇਜਣ ਤੋਂ ਕੋਈ ਇਨਕਾਰ ਨਹੀਂ ਹੈ, ਮਗਰ ਤੁਹਾਡੀ ਇਹ ਉਮਰ ਖੇਡਣ ਦੀ ਹੈ ਅਤੇ ਇਹ ਜੰਗ ਦਾ ਮੈਦਾਨ ਹੈ, ਕੋਈ ਫੁੱਲਾਂ ਦੀ ਸੇਜ ਨਹੀਂ ਹੈ। ਤੁਹਾਨੂੰ ਤਾਂ ਹਲੇ ਚੰਗੀ ਤਰ੍ਹਾਂ ਤਲਵਾਰ ਵੀ ਨਹੀਂ ਚਲਾਉਣੀ ਆਉਂਦੀ, ਕੀ ਤੁਹਾਡਾ ਸਰੀਰ ਤਲਵਾਰਾਂ ਦੇ ਵਾਰ ਨੂੰ ਝੱਲ ਸਕੇਗਾ? ਗੁਰੂ ਸਾਹਿਬ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਜੁਝਾਰ ਸਿੰਘ ਜੀ ਕਹਿੰਦੇ ਹਨ, ਮੰਨਦਾ ਹਾਂ ਕਿ ਮੈਂ ਤਲਵਾਰਬਾਜ਼ੀ 'ਚ ਪੂਰਾ ਨਿਪੁੰਨ ਨਹੀਂ ਹਾਂ, ਪਰ ਅਣਜਾਣ ਇੰਨਾ ਵੀ ਨਹੀਂ ਕਿ 10-20 ਨੂੰ ਮਾਰ ਕੇ ਮਰ ਨਾ ਸਕਾਂ। ਗੁਰੂ ਸਾਹਿਬ ਕਹਿੰਦੇ ਨੇ, ਮੈਨੂੰ ਤੁਹਾਨੂੰ ਜੰਗ ਵਿੱਚ ਭੇਜਣ ਤੋਂ ਕੋਈ ਇਨਕਾਰ ਨਹੀਂ ਹੈ, ਲੇਕਿਨ ਮੈਂ ਚਾਹੁੰਦਾ ਹਾਂ ਜਬ ਤੀਰ ਕਲੇਜੇ ਮੇਂ ਲਗੇ ਤੋ ਸੀ ਨਹੀਂ ਕਰਨਾ, जब तीर कलेजे में लगे तो सी नहीं करना, उफ मेरी जान मुँह से कभी ना उचरना, उफ मेरी जान मुँह से कभी ना उचरना। फरमाते ने कि जदों जंग के मैदान में तुहाडे कलेजे च तीर वजन तो तुहाडे मूँह चों सीधी आवाज़ नहीं आनी चाहिए, ते जदों तुहाडे तलवार दे वार होण ते तुहाडे मूँह चों उफ नहीं निकलना चाहिए। इहो जे सन गुरु गोबिंद सिंह जी। गुरु जी बाबा जुझार सिंह जी नूं भी अपने हत्थी जंग लई तैयार करते हुए फरमाते हैं, आओ बेटा आओ तुम्हें खूब सजा दें, आओ बेटा आओ तुम्हें खूब सजा दें, छोटी सी कलगी सजा दें, लो जाओ बेटा युद्ध में यो जौहर दिखाना, लो जाओ बेटा युद्ध में जो जौहर दिखाना, दुश्मन हो खौफ दंग रह जाए ज़माना, ख्वाहिश है तुम्हें तीर चलाते हुए देखें, ख्वाहिश है तुम्हें तीर चलाते हुए देखें, हम आँख से बरछी तुम्हें खाते हुए देखें। जंग के मैदान विच बाबा जुझार सिंह इतनी तेज़ तलवार चलाते हैं कि देख के हर कोई हैरान सी। इस तरह भुलेखा पैंदा सी कि जिवें तलवार नहीं आसमानी बिजली लिशके होवे। 10-20 को जख्मी किया 10-20 को मारा, 10-20 को जख्मी किया 10-20 को मारा, इस एक ने लड़ते हुए 21 को मारा। बाबा जुझार सिंह ने मुगलों को शाम तक रोक के रखा और गुरु साहिब नूं फड़न की उन्हां दी कोशिश नाकाम कर दी।
मैदाने जंग विच दुश्मणां नाल लोहा लैंदे होए बाबा जुझार सिंह जी भी शहीद हो गए। लैके आग्या पिता तो मैदानी कूद गए, लैके आग्या पिता तो मैदानी कूद गए, ऐसी लाड़ी मौत विहाउण दे मुरीद होए, ना मिलू मिसाल जग ते किते ऐसी, बेटे बाप दियां अखां सामने शहीद होए, बेटे बाप दियां अखां सामने शहीद होए। चमकौर दी गली विच बुरज ते खड़े गुरु साहिब पुत्तां दी शहीदी ते परमात्मा दा शुक्र मनाउंदे हन। पियो प्याला पिरम का, पियो प्याला पिरम का, सुमन पए असवार, अज खालसा खास पयो सतगुरु के दरबार। हे सतगुरु, मैं तेरी अमानत तेनू ही सौंप दिती है। पुत पा गए शहीदी, पुत पा गए शहीदी, फिर भी शुक्र मनाए, जिसने सी लाल बख्शे लेखे उसे दे लाए। गुरु साहिब अगले दिन खुद जंग विच जाण दा फैसला लैंदे हन, परंतु पंज प्यारे उन्हां नूं गड़ी छड्ड के जाण दा हुक्म दे दिंदे हन। गुरु साहिब गुरु रूप पंज प्यारिਆਂ ਦਾ हुक्म मन के गड़ी छड्ड के चले जाते हैं, परंतु जाण तो पहला एक योद्धा वांग दुश्मन नूं ललकारदे होए जोर दी ताड़ी मार के कहते हैं, हिंद दा पीर जा रहा है, जे कोई रोक सकता है तो रोक लो। उधर लालच विच आके गंगू माता गुजरी अते दोवें छोटे साहिबजादिਆਂ ਨੂੰ सरहंद दे नवाब वजीर खान कोल फड़वा दिंदा है, जिथे उन्हां नूं ठंडे बुरज विच कैद कर दिता गया अते हड्ड भनवी ठंड विच भी उन्हां नूं ना ते शरीर ढकण लई कोई कपड़ा अते ना ही खाण पीण नूं कुछ दिता गया। अगले दिन सवेरे दोवें छोटे साहिबजादिਆਂ ਨੂੰ सूबा सरहंद दी कचहरी विच लिजाया जांदा है, जिथे दरवाजे दी थां छोटी जही बारी खोली जाती है ताकि साहिबजादे नवाब दी कचहरी विच सिर झुका के अंदर आउण, परंतु गुरु साहिब जी दी छोटियां जिंदां उन्हां नूं मूँह तोड़ जवाब दिंदे होए पहलां अपने पैर अंदर रखदियां हन अते कचहरी च पहुंचदियां ही बड़ी जुर्रत दे नाल गुरु जी दी बख्शी फतेह वाहेगुरु जी का खालसा वाहेगुरु जी की फतेह बुलाउंदियां हन। उत्थे मौजूद काजी अते नवाब उन्हां नूं डराउंदे अते वख-वख तर੍ਹਾਂ ਦੇ लालच दिंदे हन। सारा दिन साहिबजादिਆਂ ਨੂੰ अपना धर्म छड्ड के दीने इस्लाम कबूल कराउण लई मनाउंदिਆਂ मनाउंदिਆਂ लंघ ਜਾਂਦਾ है, मगर साहिबजादे धर्म परिवर्तन लई नहीं ਮੰਨਦੇ। असी कलगीधर दे लाडले, असी कलगीधर दे लाडले, माँ जित्तो दे लाल, साडे शेरां वर्गे हौसले ते हाथियां वर्गी चाल, जो करना चाहे सूबिया ओ कर लै साडे नाल, कोई बदल नहीं सकदा साडा सिक्खी वल्लों ख्याल, कोई बदल नहीं सकदा साडा सिक्खी वल्लों ख्याल। कचहरी का समा समाप्त हो गया। बच्चे दादी माँ को वापस आते हैं तो उन्हां दी दूजी रात भी अत दी सर्दी विच ही बीतती है। दूजे दिन साहिबजादिਆਂ ਨੂੰ कचहरी विच पेश किया जाता है, जिथे सुच्चानंद बच्चों ਨੂੰ चुक के वजीर खान ਨੂੰ सलाम करन लई कहता है अते बच्चे वजीर खान ਨੂੰ मूँह तोड़ जवाब देंदे हुए कहते हैं, साचे साहेब को सलाम किया है, किसी और को नहीं करते। असी केवल परम पिता परमात्मा अगे ही शीश झुकाने आ, किसी होर दे अगे नहीं। सुच्चानंद दीवान कहता है, कबूल कर लो गर तुम माह के दीन को, कबूल कर लो गर तुम माह के दीन को, फलक बना के रख दूंगा तुम्हारी ज़मीन को। सुच्चानंद कहता है कि अगर तुसी मेरे मालक दा दीने इस्लाम कबूल कर लन्ने हो तो मैं तुहानू दुनिया दे सारे ऐशो आराम दूंगा। इस्लाम दी कुड़ियां नाल तुहाडे निकाह कराए जाणगे ते अनंतपुर दा किला भी तुहानू वापस कर दिता जाएगा। परंतु साहिबजादे जवाब दिंदे हन, तालीम जोर का कहीं कुरान में नहीं, तालीम जोर का कहीं कुरान में नहीं, नेकी तुम्हारे शाह के ईमान में नहीं। साहिबजादे कहते हैं, तुहाडे धर्म विच किते भी जबरी धर्म तब्दीली नहीं लिखी है, तुसी तां खुद मुसलमान नहीं हो जो जबरदस्ती धर्म तब्दीली करवा रहे हो। यह सुन के सुच्चानंद नूं बहुत गुस्सा आंदा है ते वह साहिबजादिਆਂ ਨੂੰ मौत की धमकी दिंदा है। साहिबजादे जवाब दिंदे हैं, पहला मरण कबूल जीवन की छड़ आस, पहला मरण कबूल जीवन की छड़ आस, हो सबना की रैन का तो आओ हमारे पास। साहिबजादे कहते हैं कि साडे धर्म विच तां सब तो पहला मरना ही सिखाया जाता है,
रोज़ों पे नाज तुमको इन्हें देवी पे मान है, रोज़ों पे नाज तुमको इन्हें देवी पे मान है, आशिक हैं हम खुदा के हथेली पे जान है। इस विच ਸੁੱਚਾ ਨੰਦ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਨਵਾਬ ਨੂੰ ਕਹਿੰਦਾ ਹੈ, ਇਹ ਗੁਰੂ ਗੋਬਿੰਦ ਸਿੰਘ ਸੱਪ ਦੇ ਬੱਚੇ ਨੇ, ਸੱਪ ਦੇ ਬੱਚਿਆਂ ਨੂੰ ਦੁੱਧ ਪਿਲਾਉਣਾ ਠੀਕ ਨਹੀਂ, ਇਹ ਇੱਕ ਦਿਨ ਸਾਨੂੰ ਜ਼ਰੂਰ ਡੱਸਣਗੇ, ਇਹਨਾਂ ਨੂੰ ਮਾਰ ਦਿੱਤਾ ਜਾਵੇ। ਇਸ ਤੋਂ ਬਾਅਦ ਕਚਹਿਰੀ ਬੰਦ ਹੋ ਜਾਂਦੀ ਹੈ। ਸਾਹਿਬਜ਼ਾਦੇ ਫਿਰ ਮਾਤਾ ਗੁਜਰੀ ਕੋਲ ਠੰਡੇ ਬੁਰਜ ਵਿੱਚ ਵਾਪਸ ਆਉਂਦੇ ਹਨ। ਇਸ ਦਿਨ ਮੋਤੀ ਮਹਿਰਾ ਜੀ ਬੱਚਿਆਂ ਅਤੇ ਮਾਤਾ ਜੀ ਨੂੰ ਦੁੱਧ ਦੀ ਸੇਵਾ ਕਰਦੇ ਹਨ। ਸਾਹਿਬਜ਼ਾਦੇ ਦਾਦੀ ਮਾਂ ਨੂੰ ਕਚਹਿਰੀ ਦਾ ਹਾਲ ਸੁਣਾਉਂਦੇ ਹਨ ਅਤੇ ਦੱਸਦੇ ਹਨ ਕਿ ਕੱਲ੍ਹ ਉਹਨਾਂ ਨੂੰ ਜ਼ਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਜਾਵੇਗਾ। ਮਾਤਾ ਗੁਜਰੀ ਜੀ ਬੱਚਿਆਂ ਨੂੰ ਹੌਸਲਾ ਦਿੰਦੇ ਹੋਏ ਕਹਿੰਦੇ ਹਨ, ਦੀਵਾਰ ਵਿੱਚ ਹੀ ਚਿਣਵਾਉਣਗੇ ਨਾ, ਮਾਰ ਥੋੜ੍ਹੇ ਹੀ ਨਾ ਦੇਣਗੇ। ਅਗਲੇ ਦਿਨ ਮਾਤਾ ਜੀ ਥੋੜ੍ਹੀ ਹੋਰ ਜਲਦੀ ਉੱਠ ਕੇ ਸਾਹਿਬਜ਼ਾਦਿਆਂ ਦੇ ਸਿਰ 'ਤੇ ਕਲਗੀ ਸਜਾ ਕੇ ਲਾੜੀ ਮੌਤ ਨੂੰ ਵਿਆਹੁਣ ਲਈ ਤਿਆਰ ਕਰਦੇ ਹਨ। ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, जाने से पहले आओ गले से लगा तो लूँ, केशों में कंघी करूँ ज़रा मुँह धुला तो लूँ, प्यारे से सिरों पे नन्ही कलगी सजा तो लूँ, मरने से पहले आओ तुम्हें दूल्हा बना तो लूँ। साहिबजादे कचहरी जान लई माता जी तो आज्ञा मांगते हैं। रुखसत हमें अब दीजिए हम जाने फिदा करें, रुखसत हमें अब दीजिए हम जाने फिदा करें, दुनिया में ज़बर ज़ौल का अब खात्मा करें। फिर माता गुजरी जी तो आशीर्वाद ते इजाज़त लैके वो कचहरी वाल रुख करते हैं, जिथे वज़ीर खान उन्होंने मनाउण दी आखिरी कोशिश करता है। वज़ीर खान कहता है, बच्चों जेकर तुहानूं छड्ड दिता जावे तां तुसीं की करोगे? साहिबजादे जवाब दिंदे हैं, वज़ीर खान असी जंगलों में जाके अपने विखरे हुए ਸਿੰਘਾਂ ਨੂੰ इकट्ठा करांगे, हथियार इकट्ठे करांगे ਅਤੇ फिर मैदान जंग विच तेरा सामना करांगे। वज़ीर खान गुस्से विच लोलाखा होके काजी ਨੂੰ फतवा जारी करन ਦਾ हुक्म दिंदा है। काजी ਸਾਹਿਬਜ਼ਾਦਿਆਂ ਨੂੰ जिंदा दीवार विच चिणन ਦਾ फतवा जारी कर दिंदा है। ਜਦੋਂ ਕੰਧ ਚਿਣਨੀ शुरू हुई ਤਾਂ छोटे ਸਾਹਿਬਜ਼ਾਦਿਆਂ ने जपजी साहिब ਦਾ पाठ करना आरंभ कर दिता। ਬੱਚਿਆਂ ਨੂੰ ਦੀਵਾਰ ਵਿੱਚ ਚਿਣਦੇ ਹੋਏ ਜਦੋਂ ਉਹਨਾਂ ਦੇ ਗੋਡੇ ਅੜਕਣ ਲੱਗੇ ਤਾਂ ਰਾਜ ਤੇਜ਼ੀ ਨਾਲ ਇੱਟ ਨੂੰ ਕੱਟਣ ਲੱਗਾ, ਪਰੰਤੂ ਕਾਜੀ ਨੇ ਹੁਕਮ ਦਿੱਤਾ ਕਿ ਸਰਕਾਰੀ ਇੱਟ ਦਾ ਨੁਕਸਾਨ ਨਾ ਕੀਤਾ ਜਾਵੇ, ਇਹਨਾਂ ਦੇ ਗੋਡੇ ਹੀ ਵੱਢ ਦਿੱਤੇ ਜਾਣ। ਕੰਧ ਪੂਰੀ ਹੁੰਦੇ ਹੁੰਦੇ ਪਾਠ ਵੀ ਸਮਾਪਤ ਹੋ ਗਿਆ। ਸਭ ਨੂੰ ਨੀਹਾਂ ਦੇ ਵਿੱਚੋਂ ਹੀ ਫਤਿਹ ਦਾ ਜੈਕਾਰਾ ਸੁਣਾਈ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮ ਜਾਨ ਦੇ ਕੇ ਔरों की जाने बचा चले, हम जान दे के औरों की जाने बचा चले, अपने सिरों पे सिक्खी की नींह रख चले, सिंहों की सल्तनत का पौधा लगा चले, सिंहों की सल्तनत का पौधा लगा चले, दुनिया में गुरियाई का किस्सा चला चले। अखीर कंध डिग पई। बेहोशी ਦੀ ਹਾਲਤ ਵਿੱਚ ਸਾਹਿਬਜ਼ਾਦਿਆਂ ਨੂੰ ਕੰਧ ਤੋਂ ਬਾਹਰ ਕੱਢਿਆ ਗਿਆ। ਉਹਨਾਂ ਨੂੰ ਹੋਸ਼ ਵਿੱਚ ਲਿਆ ਕੇ ਫਿਰ ਤੋਂ ਇਸਲਾਮ ਕਬੂਲਣ ਲਈ ਕਿਹਾ ਗਿਆ। ਦੇ ਮਨਾ ਕਰਨ ਤੇ ਜ਼ੱਲਾਦਾਂ ਤੋਂ ਉਹਨਾਂ ਦਾ ਕਤਲ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਮਾਤਾ ਗੁਜਰ ਕੌਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਲਾੜੀ ਮੌਤ ਨੇ ਫਰਕ ਨਾ ਆਉਣ ਦਿੱਤਾ, ਲਾੜੀ ਮੌਤ ਨੇ ਫਰਕ ਨਾ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ, ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ, ਕਿੰਨਾ ਬਲ ਹੈ ਨਿੱਕੀਆਂ ਤਲਵਾਰਾਂ ਅੰਦਰ। ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ, ਕਿੰਨੇ ਖੁੱਬੇ ਨੇ ਧੀਰ ਜੁਝਾਰ ਅੰਦਰ, ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ, ਕਿੰਨੇ ਖੁੱਬੇ ਨੇ ਧੀਰ ਜੁਝਾਰ ਅੰਦਰ, ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ, ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ, ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ, ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਦੀ ਖਬਰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਕਹਿੰਦੇ ਹਨ, ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਿਆ ਕਿਆ ਲਾਗੇ ਮੇਰਾ। ਇਹੋ ਜਿਹੇ ਸਮੇਂ ਵਿੱਚ ਜਦੋਂ ਕਿ ਕੋਈ ਵੀ ਪਿਤਾ ਆਪਣੇ ਪੁੱਤਰ ਦੀ ਮੌਤ 'ਤੇ ਹੌਸਲਾ ਛੱਡ ਦਿੰਦਾ ਹੈ, ਜੀਣ ਦੀ ਆਸ ਹੀ ਛੱਡ ਦਿੰਦਾ ਹੈ, ਉਦੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਵੀ ਗੁਰੂ ਸਾਹਿਬ ਦੇ ਮੱਥੇ 'ਤੇ ਕੋਈ ਸ਼ਿਕਨ ਨਾ ਦੇਖ ਸਿੱਖਾਂ ਦੀ ਹੈਰਾਨੀ ਦਾ ਕੋਈ ਅੰਤ ਨਾ ਰਿਹਾ। ਸਿੰਘਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਗੁਰੂ ਸਾਹਿਬ ਨੇ ਸੰਗਤਾਂ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, इन पुत्रन के सीस पे वार दिए सुत चार, चार मुँहे तो क्या हुआ जीवत कई हजार। उस तो बाद गुरु साहिब ने
ਤੀਰ ਦੀ ਨੋਕ ਨਾਲ ਜ਼ਮੀਨ ਵਿੱਚੋਂ ਇੱਕ ਪੌਦਾ ਪੁੱਟ ਕੇ ਕਿਹਾ, ਇਸ ਬੇਰਹਿਮੀ ਮੁਗਲ ਸਲਤਨਤ ਦੇ ਦਿਨ ਹੁਣ ਉਂਗਲਾਂ 'ਤੇ ਗਿਣੇ ਜਾ ਸਕਦੇ ਹਨ। ਹੋਇਆ ਵੀ ਠੀਕ ਇਸੇ ਤਰ੍ਹਾਂ ਹੀ। 200 ਸਾਲ ਰਾਜ ਕਰਨ ਵਾਲਾ ਮੁਗਲ ਸਾਮਰਾਜ ਅਗਲੇ ਕੁਝ ਕੁ ਸਾਲਾਂ 'ਚ ਹੀ ਸਮਾਪਤ ਹੋ ਗਿਆ। ਅੱਜ ਉਸ ਦਾ ਕਿਤੇ ਵੀ ਕੋਈ ਵੀ ਨਾਮੋ ਨਿਸ਼ਾਨ ਨਹੀਂ ਹੈ, ਮਗਰ 4 ਸਾਹਿਬਜ਼ਾਦਿਆਂ ਦਾ ਨਾਮ ਸਿੱਖ ਜਗਤ ਵਿੱਚ ਹੀ ਨਹੀਂ, ਬਾਕੀ ਸਾਰੀ ਦੁਨੀਆ ਵਿੱਚ ਵੀ ਮਾਣ, ਸਤਿਕਾਰ, ਪਿਆਰ ਅਤੇ ਪੂਰੀ ਸ਼ਰਧਾ ਨਾਲ ਲਿਆ ਜਾਂਦਾ ਹੈ। ਅਤੇ ਇਸ ਪੋਹ ਦੇ ਮਹੀਨੇ ਹਰੇਕ ਸਾਲ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਲੱਗਦਾ ਹੈ, ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚ ਕੇ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ। ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ, ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ, ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ। ਤਾਲੇ ਟੁੱਟਦੇ ਨਾ ਗੁਲਾਮੀਆਂ ਦੇ, ਤਾਲੇ ਟੁੱਟਦੇ ਨਾ ਗੁਲਾਮੀਆਂ ਦੇ, ਦੇਸ਼ ਉਵੇਂ ਹੀ ਅੱਜ ਮੁਹਤਾਜ ਰਹਿੰਦਾ। 9ਵੇਂ ਪਾਤਸ਼ਾਹ ਜੇ ਬਲੀਦਾਨ ਦਿੰਦੇ ਨਾ, 9ਵੇਂ ਪਾਤਸ਼ਾਹ ਜੇ ਬਲੀਦਾਨ ਦਿੰਦੇ ਨਾ, ਤਾਂ ਜੰਝੂ ਲਾਉਣ ਦਾ ਅੱਜ ਰਿਵਾਜ ਰਹਿੰਦਾ। ਦਸ਼ਮ ਪਿਤਾ ਸਰਵੰਸ ਜੇ ਵਾਰਦੇ ਨਾ, ਤੇ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ। ਪਿਆਰੇ ਬੱਚਿਓ, ਆਪਾਂ ਸਭ ਨੂੰ ਵੀ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸੀਖ ਲੈਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਚਾਰੇ ਸਾਹਿਬਜ਼ਾਦਿਆਂ ਨੇ ਛੋਟੀਆਂ ਉਮਰਾਂ ਵਿੱਚ ਹੀ ਵੱਡੇ ਸਾਕਿਆਂ ਨੂੰ ਅੰਜਾਮ ਦਿੱਤਾ ਹੈ, ਉਸੇ ਤਰ੍ਹਾਂ ਹੀ ਸਾਨੂੰ ਵੀ ਜ਼ੁਲਮ ਤੋਂ ਡਰੇ ਬਿਨਾਂ ਆਪਣੇ ਹੱਕ ਸੱਚ ਲਈ ਲੜਨਾ ਚਾਹੀਦਾ ਹੈ। ਤੇ ਅਖੀਰ ਵਿੱਚ ਮੇਰੀ ਇੱਕ ਨਿੱਕੀ ਜਿਹੀ ਬੇਨਤੀ ਪ੍ਰਵਾਨ ਕਰਨੀ, ਆਪਾਂ ਸਾਰੇ ਗੱਜ ਕੇ ਮਿਲ ਕੇ ਇੱਕ ਆਵਾਜ਼ ਵਿੱਚ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਹ ਨਿਮਾਣੀ ਜਿਹੀ ਕੋਸ਼ਿਸ਼ ਨੂੰ ਆਪ ਜੀ ਨੇ ਪ੍ਰਵਾਨ ਕੀਤਾ ਹੈ। ਵੀਡੀਓ ਬਣਾਉਣ ਦੇ ਸਮੇਂ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਦੇ ਯਾਚਕ ਹਾਂ। ਸਾਧ ਸੰਗਤ ਜੀਓ, ਇਸ ਵੀਡੀਓ ਦੇ ਇਲਾਵਾ ਵੀ ਕੁਝ ਜ਼ਰੂਰੀ ਤੱਤ ਹਨ ਜੋ ਆਪ ਜੀ ਨਾਲ ਸਾਂਝੇ ਕਰਨੇ ਜ਼ਰੂਰੀ ਹਨ। ਪਿਆਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਸ ਸਮੇਂ ਵੱਡੇ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ, ਉਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਉਮਰ ਕੇਵਲ 19 ਸਾਲ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਕੇਵਲ 15 ਸਾਲ ਦੇ ਹੀ ਸਨ। ਅਤੇ ਜਿਸ ਉਮਰ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ, ਉਸ ਉਮਰ ਵਿੱਚ ਤਾਂ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਦੀ ਹੀ ਸੁਰਤ ਨਹੀਂ ਹੁੰਦੀ। 9 ਅਤੇ 6 ਸਾਲ ਦੀ ਛੋਟੀ ਉਮਰਾਂ ਵਿੱਚ ਹੀ ਛੋਟੇ ਸਾਹਿਬਜ਼ਾਦਿਆਂ ਨੇ ਮੁਗਲਾਂ ਨਾਲ ਡਟ ਕੇ ਟੱਕਰਾ ਲਿਆ ਅਤੇ ਉਹਨਾਂ ਦੀ ਈਨ ਨਾ ਮੰਨਦੇ ਹੋਏ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਹੁਣ ਜਿੱਥੇ ਆਪਾਂ ਸ਼ਹੀਦੀ ਮਹੀਨੇ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਦੀ ਗੱਲਾਂ ਕਰਦੇ ਹਨ, ਉੱਥੇ 2 ਹੋਰ ਸ਼ਖਸੀਅਤਾਂ ਹਨ ਜਿਨ੍ਹਾਂ ਦਾ ਜ਼ਿਕਰ ਕੀਤੇ ਬਿਨਾਂ ਇਹ ਕੰਮ ਅਧੂਰਾ ਹੈ। ਪਹਿਲੇ ਸ਼ਖਸੀਅਤ ਹਨ ਬੀਬੀ ਹਰਸ਼ਰਨ ਕੌਰ ਜੀ, ਜਿਨ੍ਹਾਂ ਨੇ ਜੰਗੇ ਮੈਦਾਨ ਵਿੱਚੋਂ, ਚਮਕੌਰ ਦੀ ਜੰਗ ਦੇ ਮੈਦਾਨ ਵਿੱਚੋਂ ਸਾਹਿਬਜ਼ਾਦਿਆਂ ਅਤੇ ਸਾਰੇ ਸਿੰਘਾਂ ਦੇ ਸਰੀਰਾਂ ਨੂੰ ਇਕੱਠਾ ਕਰਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। ਅਤੇ ਜਦੋਂ ਜੰਗ ਦੇ ਮੈਦਾਨ ਵਿੱਚ ਭਾਂਬੜਵਾਲ ਦੇ ਮੁਗਲ ਫੌਜਾਂ ਨੇ ਦੇਖੇ ਤਾਂ ਉਹਨਾਂ ਨੇ ਬੀਬੀ ਹਰਸ਼ਰਨ ਕੌਰ ਜੀ ਨੂੰ ਵੀ ਉਸੇ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਅਤੇ ਦੂਜੀ ਸ਼ਖਸੀਅਤ ਹਨ ਭਾਈ ਟੋਡਰ ਮੱਲ ਜੀ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਾ ਅਤੇ ਮਾਤਾ ਜੀ ਦਾ ਸੰਸਕਾਰ ਕਰਨ ਵਾਸਤੇ ਆਪਣੀ ਸਾਰੀ ਜਾਇਦਾਦ ਵੇਚ ਕੇ ਮੁਗਲਿਆ ਹਕੂਮਤ ਦੀ ਸ਼ਰਤ ਮੁਤਾਬਕ ਸੋਨੇ ਦੀਆਂ ਖੜੀਆਂ ਮੋਹਰਾਂ ਵਿਛਾ ਕੇ ਸਰਹੰਦ ਦੇ ਨਵਾਬ ਤੋਂ ਜਗ੍ਹਾ ਮੁੱਲ ਖਰੀਦੀ, ਜੋ ਕਿ ਦੁਨੀਆ ਵਿੱਚ ਅੱਜ ਤੱਕ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ। ਕਸ਼ਮੀਰ ਦੇ ਪੰਡਤਾਂ ਨੇ ਸੀ ਜਦੋਂ ਹਾਕ ਮਾਰੀ, ਕਸ਼ਮੀਰ ਦੇ ਪੰਡਤਾਂ ਨੇ ਸੀ ਜਦੋਂ ਹਾਕ ਮਾਰੀ, ਦਿੱਲੀ ਵਿਖੇ ਪਿਤਾ ਨੂੰ ਤੋਰਿਆ ਮੈਂ, ਮਾਤਾ ਗੁਜਰੀ ਸਰਹੰਦ ਵਿਖੇ ਗੁਜਰੀ, ਮਾਤਾ ਗੁਜਰੀ ਸਰਹੰਦ ਵਿਖੇ ਗੁਜਰੀ, ਫਿਰ ਵੀ ਮੁੱਖੋਂ ਸੀ ਨਾ ਉਚਾਰਿਆ ਮੈਂ। 4 ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, 4 ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਜੋੜਾ ਜੋੜਾ ਕਰ ਉਹਨਾਂ ਵੀ ਵਾਰਿਆ ਮੈਂ। ਮੈਨੂੰ ਸ਼ਹਿਨशाह ਨਾ ਆਖੋ ਤੁਸੀਂ ਸਿੰਘੋ, ਮੈਨੂੰ ਸ਼ਹਿਨशाह ਨਾ ਆਖੋ ਤੁਸੀਂ ਸਿੰਘੋ, ਕਿਸ਼ਤਾਂ ਵਿੱਚ ਕਰਜ਼ਾ ਉਤਾਰਿਆ ਮੈਂ, ਕਿਸ਼ਤਾਂ ਵਿੱਚ ਕਰਜ਼ਾ ਉਤਾਰਿਆ ਮੈਂ। ਸਰਵੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਲੀਦਾਨ ਨੂੰ ਸਿਰ ਨਿਵਾਉਂਦਿਆਂ ਹੋਇਆਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।